ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਾਸਕ ਐਜੂਕੇਸ਼ਨ 'ਤੇ। ਅੱਜ ਆਪਾਂ 10ਵੀਂ ਜਮਾਤ ਦੇ ਭੂਗੋਲ ਦੇ ਪਾਰਟ ਦੂਜੇ ਦੀ ਗੱਲ ਕਰਾਂਗੇ ਅਤੇ ਇਹਦੇ ਵਿੱਚ ਆਪਾਂ ਜਿਹੜਾ ਤੁਹਾਡਾ ਤੀਜਾ ਲੈਸਨ ਹੈ ਜਲਵਾਯੂ, ਉਸ ਦੇ ਪ੍ਰਸ਼ਨ ਉੱਤਰ ਡਿਸਕਸ਼ਨ ਕਰਾਂਗੇ। ਅਤੇ ਇਸ ਦੇ ਵਿੱਚ ਪਹਿਲਾ ਤੁਹਾਡਾ ਪ੍ਰਸ਼ਨ ਹੈ ਕਿ ਕਿਸੇ ਸਥਾਨ 'ਤੇ ਲੰਬੇ ਸਮੇਂ ਦੇ ਮੌਸਮੀ ਹਾਲਾਤਾਂ ਜਿਨ੍ਹਾਂ ਵਿੱਚ ਇੱਕ ਜਗ੍ਹਾ ਦਾ ਤਾਪਮਾਨ, ਉੱਥੇ ਵਹਿ ਰਹੀ ਹਵਾ ਵਿਚਲੀ ਨਮੀ ਦੀ ਮਾਤਰਾ ਨੂੰ ਕੀ ਕਿਹਾ ਜਾਂਦਾ ਹੈ। ਅਤੇ ਇੱਥੇ ਤੁਹਾਡਾ ਇਸ ਦੇ ਵਿੱਚ ਉੱਤਰ ਹੋਵੇਗਾ ਜਲਵਾਯੂ। ਅਤੇ ਜੇਕਰ ਆਪਾਂ ਗੱਲ ਕਰੀਏ ਜਲਵਾਯੂ ਜਿਹੜਾ ਹੈ ਇਹ ਲੰਬੇ ਸਮੇਂ ਦੇ ਮੌਸਮੀ ਹਾਲਾਤਾਂ ਦੀ ਗੱਲ ਕਰੀਏ ਤਾਂ ਜਲਵਾਯੂ ਕਿਹਾ ਜਾਂਦਾ ਹੈ। ਅਤੇ ਇੱਥੇ ਜੇਕਰ ਘੱਟ ਸਮੇਂ ਦੇ ਯਾਨੀ ਜੇ ਥੋੜ੍ਹੇ ਸਮੇਂ ਦੇ ਮੌਸਮੀ ਹਾਲਾਤਾਂ ਦੀ ਗੱਲ ਕਰੀਏ ਤਾਂ ਉਸ ਨੂੰ ਮੌਸਮ ਕਿਹਾ ਜਾਂਦਾ ਹੈ। ਅਤੇ ਆਪਾਂ ਨੂੰ ਇੱਥੇ ਜਲਵਾਯੂ ਬਾਰੇ ਪੁੱਛਿਆ ਹੈ ਅਤੇ ਇਹ ਹੋਵੇਗਾ ਉੱਤਰ, ਲੰਬੇ ਸਮੇਂ ਦੇ ਮੌਸਮੀ ਹਾਲਾਤਾਂ ਨੂੰ ਜਲਵਾਯੂ ਕਿਹਾ ਜਾਂਦਾ ਹੈ। ਅਤੇ ਜਿਹੜਾ ਅਗਲਾ ਪ੍ਰਸ਼ਨ ਹੈ ਉਹ ਹੈ ਦੇਸ਼ ਵਿੱਚ ਸਰਦੀਆਂ ਵਿੱਚ ਸਭ ਤੋਂ ਘੱਟ ਅਤੇ ਵੱਧ ਤਾਪਮਾਨ ਵਾਲੇ ਸਥਾਨਾਂ ਦੇ ਨਾਂ ਲਿਖੋ। ਅਤੇ ਇੱਥੇ ਆਪਣੇ 4 ਆਪਸ਼ਨ ਨੇ, ਇਹਨਾਂ ਵਿੱਚੋਂ ਸਹੀ ਉੱਤਰ ਹੈ ਦੂਜਾ ਯਾਨੀ ਕਿ ਦਰਾਸ਼ ਅਤੇ ਚੇਨਈ। ਇੱਥੇ ਆਪਾਂ ਨੂੰ ਕੀ ਪੁੱਛਿਆ ਹੈ, ਆਪਾਂ ਨੂੰ ਇਸ ਪ੍ਰਸ਼ਨ ਦੇ ਵਿੱਚ ਪੁੱਛਿਆ ਹੈ ਕਿ ਦੇਸ਼ ਦੇ ਵਿੱਚ ਸਰਦੀਆਂ ਦਾ ਸਭ ਤੋਂ ਘੱਟ ਜਿਹੜਾ ਕਿ ਦਰਾਸ਼ ਹੈ ਅਤੇ ਵੱਧ ਤਾਪਮਾਨ ਸਰਦੀਆਂ ਦੇ ਵਿੱਚ ਚੇਨਈ ਦੇ ਵਿੱਚ ਹੁੰਦਾ ਹੈ, ਜਿਹੜਾ ਕਿ ਸਾਊਥ ਦੇ ਵਿੱਚ ਹੈ। ਅਗਲਾ ਪ੍ਰਸ਼ਨ ਹੈ ਦੇਸ਼ ਵਿੱਚ ਗਰਮੀਆਂ ਵਿੱਚ ਸਭ ਤੋਂ ਠੰਡੀ ਅਤੇ ਗਰਮ ਸਥਾਨਾਂ ਦਾ ਵੇਰਵਾ ਦਿਓ। ਗਰਮੀਆਂ ਵਿੱਚ ਸਭ ਤੋਂ ਠੰਡੇ ਅਤੇ ਗਰਮ ਸਥਾਨਾਂ ਦਾ ਵੇਰਵਾ। ਅਤੇ ਇਸ ਪ੍ਰਸ਼ਨ ਦੇ ਵਿੱਚ ਜਿਹੜਾ ਆਪਸ਼ਨ ਹੈ ਇਹਨਾਂ ਦੇ ਵਿੱਚ ਸਹੀ ਹੈ ਸ਼੍ਰੀਨਗਰ ਅਤੇ ਜੈਸਲਮੇਰ। ਅਤੇ ਸ਼੍ਰੀਨਗਰ ਹੈ ਇਹ ਜੰਮੂ ਕਸ਼ਮੀਰ ਦੇ ਵਿੱਚ ਹੈ ਅਤੇ ਜੈਸਲਮੇਰ ਰਾਜਸਥਾਨ ਦੇ ਵਿੱਚ ਪੈਂਦਾ ਹੈ। ਅਗਲਾ ਪ੍ਰਸ਼ਨ ਹੈ ਸੰਸਾਰ ਦੀ ਸਭ ਤੋਂ ਵੱਧ ਵਰਖਾ ਚੇਰਾਪੂੰਜੀ ਦੇ ਨੇੜੇ ਪਿੰਡ ਮਸੀਨਰਮ ਵਿੱਚ ਹੁੰਦੀ ਹੈ। ਸਹੀ ਹੈ ਜਾਂ ਗਲਤ ਆਪਾਂ ਨੂੰ ਇਹ ਜਿਹੜਾ ਵੇਖਣਾ ਹੈ। ਅਤੇ ਇਹਦੇ ਵਿੱਚ ਇਹ ਜਿਹੜੀ ਸਟੇਟਮੈਂਟ ਆਪਾਂ ਨੂੰ ਦਿੱਤੀ ਗਈ ਹੈ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ ਹੈ ਦੇਸ਼ ਦੇ 2 ਸਮ ਜਲਵਾਯੂ ਵਾਲੇ ਸਥਾਨਾਂ ਦੇ ਨਾਂ ਦੱਸੋ। ਅਤੇ ਸਮ ਦਾ ਮਤਲਬ ਹੈ ਇੱਕੋ ਜਿਹੀ ਜਿੱਥੇ ਜਲਵਾਯੂ ਹੁੰਦੀ ਹੈ ਉਹ 2 ਸਥਾਨ ਦੱਸਣੇ ਨੇ। ਇਹਦੇ ਵਿੱਚ ਸਹੀ ਉੱਤਰ ਹੈ ਮੁੰਬਈ ਅਤੇ ਚੇਨਈ। ਅਤੇ ਜਿਹੜਾ ਮੁੰਬਈ ਅਤੇ ਚੇਨਈ ਹੈ ਜਿਹੜਾ ਇਹ ਦੋਵੇਂ ਹੀ ਸਾਊਥ ਦੇ ਵਿੱਚ ਪੈਂਦੇ ਨੇ, ਇੱਕ ਪੂਰਬੀ ਘਾਟ 'ਤੇ ਅਤੇ ਦੂਜਾ ਪੱਛਮੀ ਘਾਟ 'ਤੇ। ਮੁੰਬਈ ਇੱਥੇ ਹੈ ਅਤੇ ਚੇਨਈ ਇੱਥੇ। ਨੈਕਸਟ ਹੈ ਦੇਸ਼ ਦੇ 2 ਅਤੀ ਕਠੋਰ ਜਲਵਾਯੂ ਵਾਲੇ ਸਥਾਨਾਂ ਦੇ ਨਾਂ ਦੱਸੋ। ਅਤੇ ਇਸ ਦੇ ਵਿੱਚ ਉੱਤਰ ਹੋਵੇਗਾ ਦਿੱਲੀ, ਚੰਡੀਗੜ੍ਹ ਅਤੇ ਲੁਧਿਆਣਾ। ਨੈਕਸਟ ਹੈ ਜਦੋਂ ਮਾਨਸੂਨ ਪਾਉਣਾ ਲੰਬਾ ਸਫ਼ਰ ਤੈਅ ਕਰਕੇ 1 ਜੂਨ ਨੂੰ ਦੇਸ਼ ਦੇ ਪੱਛਮੀ ਤੱਟ 'ਤੇ ਪਹੁੰਚ ਕੇ ਜ਼ੋਰ ਦੀ ਵਰਖਾ ਕਰਦੀਆਂ ਹਨ ਤਾਂ ਇਸ ਨੂੰ ਕੀ ਕਹਿੰਦੇ ਹਨ। ਅਤੇ ਇਸ ਦੇ ਵਿੱਚ ਜਿਹੜੇ ਆਪਾਂ ਨੂੰ ਆਪਸ਼ਨ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਸਹੀ ਉੱਤਰ ਹੈ ਉਹ ਹੋਵੇਗਾ ਮਾਨਸੂਨ ਦਾ ਫਟਣਾ। ਇਸ ਦੇ ਵਿੱਚ ਇਹ ਜਿਹੜਾ ਆਪਸ਼ਨ ਹੈ ਤੁਹਾਡਾ ਮਾਨਸੂਨ ਦਾ ਫਟਣਾ ਇਹ ਸਹੀ ਹੈ। ਇਸ ਦੇ ਵਿੱਚ ਆਪਾਂ ਨੂੰ ਕੀ ਪੁੱਛਿਆ ਗਿਆ ਪ੍ਰਸ਼ਨ ਦੇ ਵਿੱਚ, ਜਦੋਂ ਮਾਨਸੂਨ ਪਾਉਣਾ ਲੰਬਾ ਸਫ਼ਰ ਤੈਅ ਕਰਕੇ 1 ਜੂਨ ਨੂੰ ਦੇਸ਼ ਦੇ ਪੱਛਮੀ ਤੱਟ 'ਤੇ, ਇਹ ਆਪਣਾ ਦੇਸ਼ ਭਾਰਤ ਹੈ, ਇਹ ਜਿਹੜਾ ਪੱਛਮੀ ਤੱਟ ਹੈ ਇਸ ਸਾਈਡ ਵਾਲਾ, ਇਸ ਦੇ ਮਾਨਸੂਨ ਇੱਥੋਂ ਐਵੇਂ ਆਪਣੇ ਦੇਸ਼ ਦੇ ਵਿੱਚ ਐਂਟਰ ਕਰਦਾ ਹੈ ਅਤੇ ਇੱਥੇ ਵਰਖਾ ਹੁੰਦੀ ਹੈ। ਦਿਸ ਏਰੀਆ ਜਿਹੜਾ ਇਹ ਏਰੀਆ ਹੈ ਇੱਥੇ ਵਰਖਾ ਹੁੰਦੀ ਹੈ। ਇਸ ਕਾਰਨ ਜਿਹੜਾ ਹੈ ਇਹ ਜਿਹੜਾ ਏਰੀਆ ਹੈ ਇੱਥੇ ਵਰਖਾ ਹੁੰਦੀ ਹੈ, ਇਸ ਨੂੰ ਕਿਹਾ ਜਾਂਦਾ ਹੈ ਮਾਨਸੂਨ ਦਾ ਫਟਣਾ। ਕਿਉਂਕਿ ਇਹਨਾਂ ਬੱਦਲਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਤਾਂ ਕਰਕੇ ਵਰਖਾ ਵੀ ਵੱਧ ਹੁੰਦੀ ਹੈ, ਤਾਂ ਇਸ ਨੂੰ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਧਰਾਤਲ ਤੋਂ 3 ਕਿਲੋਮੀਟਰ ਦੀ ਉਚਾਈ ਤੋਂ ਬਾਅਦ ਉੱਪਰਲੇ ਵਾਯੂਮੰਡਲ ਵਿੱਚ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਕੀ ਕਹਿੰਦੇ ਹਨ। ਅਤੇ ਇਸ ਦੇ ਵਿੱਚ ਸਹੀ ਉੱਤਰ ਹੈ ਜੈਟ ਸਟਰੀਮ। ਇਸ ਦੇ ਵਿੱਚ ਜੈਟ ਜਿਹੜਾ ਸਟਰੀਮ ਹੈ ਉਹ ਸਹੀ ਉੱਤਰ ਹੈ।
ਅਗਲਾ ਹੈ ਮਾਨਸੂਨ ਸ਼ਬਦ ਦਾ ਜਨਮ ਕਿਹੜੀ ਭਾਸ਼ਾ ਦੇ ਦੋ ਸ਼ਬਦ ਮੌਸਮ ਤੋਂ ਹੋਇਆ? ਸੌਰੀ, ਇਸ ਦੇ ਵਿੱਚ ਹੈ ਕਿਹੜੀ ਭਾਸ਼ਾ ਦੇ ਸ਼ਬਦ ਮੌਸਮ ਤੋਂ ਹੋਇਆ? ਇਸ ਦਾ ਸਹੀ ਉੱਤਰ ਹੈ ਅਰਬੀ ਭਾਸ਼ਾ। ਤੇ ਅਗਲਾ ਪ੍ਰਸ਼ਨ ਹੈ ਚਿਲੀ ਦੇ ਤੱਟ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਕਿਹੜੀ ਸਮੁੰਦਰੀ ਧਾਰਾ ਵਹਿੰਦੀ ਹੈ? ਤੇ ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਐਲ ਨੀਨੋ ਦੀ ਧਾਰਾ। ਐਲ ਨੀਨੋ ਦੀ ਧਾਰਾ ਜਿਹੜਾ ਉੱਤਰ ਅਮਰੀਕਾ ਮਹਾਦੀਪ ਅਤੇ ਦੱਖਣੀ ਅਮਰੀਕਾ ਮਹਾਦੀਪ ਹੈ, ਇਹਦੇ ਵਿੱਚ ਚਿਲੀ ਜਿਹੜਾ ਇਹ ਦੱਖਣ ਅਮਰੀਕਾ ਦੇ ਵਿੱਚ ਪੈਂਦਾ ਹੈ ਇੱਥੇ, ਅਤੇ ਇਸ ਦੇ ਨੇੜੇ ਕਿਹੜੀ ਧਾਰਾ ਵਹਿੰਦੀ ਹੈ? ਇਹ ਆਪਾਂ ਨੂੰ ਦੱਸਿਆ ਗਿਆ ਅਲ ਨੀਨੋ ਦੀ ਧਾਰਾ। ਦੇਸ਼ ਦੀ ਔਸਤ ਸਾਲਾਨਾ ਵਰਖਾ ਡੈਸ਼ ਸੈਂਟੀਮੀਟਰ ਹੈ? ਆਪਣੇ ਦੇਸ਼ ਦੀ ਔਸਤ ਵਰਖਾ ਹੈ ਜਿਹੜੀ ਉਹ ਕਿੰਨੇ ਸੈਂਟੀਮੀਟਰ ਹੈ? 118। ਇਹ ਜਿਹੜਾ ਹੈ ਸਹੀ ਉੱਤਰ ਹੈ। ਅਗਲਾ ਹੈ ਭਾਰਤ ਵਿੱਚ ਮਾਰਚ ਤੋਂ ਮੱਧ ਜੂਨ ਤੱਕ ਕਿਹੜੀ ਰੁੱਤ ਹੁੰਦੀ ਹੈ? ਭਾਰਤ ਦੇ ਵਿੱਚ ਮਾਰਚ ਤੋਂ ਮੱਧ ਜੂਨ ਤੱਕ ਕਿਹੜੀ ਰੁੱਤ ਹੁੰਦੀ ਹੈ? ਇਸ ਦਾ ਉੱਤਰ ਹੈ ਗਰਮੀ ਦੀ ਰੁੱਤ। ਇਹ ਹੈ ਗਰਮੀ ਦੀ ਰੁੱਤ। ਅਗਲਾ ਪ੍ਰਸ਼ਨ ਹੈ ਦੱਖਣੀ ਭਾਰਤ ਦੇ ਕੇਰਲ ਅਤੇ ਕਰਨਾਟਕ ਜਿਹੇ ਪ੍ਰਦੇਸ਼ਾਂ ਵਿੱਚ ਮੋਟੀਆਂ ਬੂੰਦਾਂ ਵਾਲੀ ਪੂਰਵ ਮਾਨਸੂਨੀ ਵਰਖਾ ਨੂੰ ਸਥਾਨਕ ਤੌਰ 'ਤੇ ਕੀ ਕਹਿੰਦੇ ਹਨ? ਤੇ ਇਸ ਦਾ ਨਾਮ ਹੈ ਅੰਬਾਂ ਜਾਂ ਫੁੱਲਾਂ ਦੀ ਵਾਛੜ। ਇਹਦਾ ਨਾਮ ਕਿਉਂ ਪਿਆ? ਕਿਉਂਕਿ ਉੱਥੇ ਅੰਬਾਂ ਦੀ ਜਿਹੜੀ ਫਸਲ ਹੈ ਉਸ ਦੇ ਲਈ ਇਹ ਜਿਹੜੀ ਵਰਖਾ ਹੈ ਇਹ ਬਹੁਤ ਵਧੀਆ ਹੁੰਦੀ ਹੈ। ਇਹ ਹੈ ਆਪਣਾ ਇੱਥੇ ਕੇਰਲ ਹੈ ਭਾਰਤ ਦੇ ਵਿੱਚ, ਇਹ ਜਿਹੜਾ ਏਰੀਆ ਕੇਰਲ ਦਾ ਹੈ, ਅਤੇ ਕੇਰਲ ਦੇ ਉੱਪਰਲੇ ਪਾਸੇ ਇੱਥੇ ਕਰਨਾਟਕ ਦਾ ਏਰੀਆ ਹੈ, ਅਤੇ ਇੱਥੇ ਜਿਹੜੀ ਵਰਖਾ ਹੁੰਦੀ ਹੈ ਆਪਣਾ ਮਾਨਸੂਨ ਇੱਥੋਂ ਐਂਟਰ ਕਰਦਾ ਹੈ। ਉਸ ਤੋਂ ਜਿਹੜੀ ਪਹਿਲਾਂ ਵਰਖਾ ਹੁੰਦੀ ਹੈ, ਮਤਲਬ ਜਿਹੜਾ ਮਾਨਸੂਨ ਆਉਣ ਤੋਂ ਪਹਿਲਾਂ ਇੱਥੇ ਵਰਖਾ ਹੁੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਅੰਬਾਂ ਜਾਂ ਫੁੱਲਾਂ ਦੀ ਵਾਛੜ। ਅਗਲਾ ਪ੍ਰਸ਼ਨ ਹੈ ਵਿਸਾਖ ਮਹੀਨੇ ਵਿੱਚ ਪੱਛਮੀ ਬੰਗਾਲ ਵਿੱਚ ਚੱਲਣ ਵਾਲੇ ਤੂਫਾਨੀ ਚੱਕਰਵਾਤਾਂ ਨੂੰ ਕਾਲ ਵਿਸਾਖੀ ਨਹੀਂ ਕਿਹਾ ਜਾਂਦਾ, ਅਤੇ ਇਸ ਨੂੰ ਕਾਲ ਵਿਸਾਖੀ ਹੀ ਕਿਹਾ ਜਾਂਦਾ ਹੈ, ਤਾਂ ਕਰਕੇ ਇਹ ਜਿਹੜਾ ਸਟੇਟਮੈਂਟ ਹੈ ਇੱਥੇ ਗਲਤ ਹੈ। ਵਿਸਾਖ ਮਹੀਨੇ ਵਿੱਚ ਪੱਛਮੀ ਬੰਗਾਲ ਵਿੱਚ ਚੱਲਣ ਵਾਲੇ ਤੂਫਾਨੀ ਚੱਕਰਵਾਤਾਂ ਨੂੰ ਕਾਲ ਵਿਸਾਖੀ ਇੱਥੇ ਕਿਹਾ ਨਹੀਂ, ਪਰ ਇਹਨੂੰ ਕਾਲ ਵਿਸਾਖੀ ਹੀ ਕਿਹਾ ਜਾਂਦਾ ਹੈ, ਤਾਂ ਕਰਕੇ ਸਟੇਟਮੈਂਟ ਗਲਤ ਹੈ। ਅਗਲਾ ਪ੍ਰਸ਼ਨ ਹੈ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌੜਾਂ ਕਿਹੜੇ ਸਥਾਨ 'ਤੇ ਮਿਲ ਜਾਂਦੀਆਂ ਹਨ? ਅਰਬ ਸਾਗਰ ਅਤੇ ਬੰਗਾਲ ਦੀ ਖਾੜੀ। ਇਹ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੋਵੇਂ ਬਾਰੇ ਆਪਾਂ ਨੂੰ ਦੱਸਿਆ। ਇਹ ਆਪਣਾ ਦੇਸ਼ ਹੈ ਭਾਰਤ, ਅਤੇ ਇੱਥੇ ਹੈ ਬੰਗਾਲ ਦੀ ਖਾੜੀ, ਇਹ ਹੈ ਬੰਗਾਲ ਦੀ ਖਾੜੀ, ਅਤੇ ਇੱਥੇ ਹੈ ਅਰਬ ਸਾਗਰ। ਅਰਬ ਸਾਗਰ ਤੋਂ ਮਾਨਸੂਨੀ ਪੌੜਾਂ ਚੱਲਦੀਆਂ ਹਨ ਅਤੇ ਬੰਗਾਲ ਦੀ ਖਾੜੀ ਤੋਂ ਇੱਥੋਂ ਅਰਬ ਸਾਗਰ ਤੋਂ ਚੱਲਦੀਆਂ ਹਨ ਐਵੇਂ ਇਸ ਸਾਈਡ, ਅਤੇ ਬੰਗਾਲ ਦੀ ਖਾੜੀ ਤੋਂ ਇਸ ਤਰ੍ਹਾਂ ਇਸ ਸਾਈਡ ਚੱਲਦੀਆਂ ਹਨ। ਅਤੇ ਆਪਾਂ ਨੂੰ ਪੁੱਛਿਆ ਕਿਸ ਸਥਾਨ 'ਤੇ ਮਿਲਦੀਆਂ ਹਨ, ਅਤੇ ਉੱਤਰ ਹੋਵੇਗਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ। ਇੱਥੇ ਆਪਣਾ ਪੰਜਾਬ ਹੈ ਅਤੇ ਪੰਜਾਬ ਦੇ ਨੇੜੇ ਲੱਗਦਾ ਹੀ ਇੱਥੇ ਹਿਮਾਚਲ ਹੈ, ਅਤੇ ਇੱਥੇ ਆ ਕੇ ਦੋਵੇਂ ਮਾਨਸੂਨੀ ਪੌੜਾਂ ਜਿਵੇਂ ਕਿ ਇਸ ਤਰ੍ਹਾਂ ਮਿਲ ਜਾਂਦੀਆਂ ਹਨ, ਅਤੇ ਇਸ ਦਾ ਉੱਤਰ ਹੋਵੇਗਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼। ਅਗਲਾ ਪ੍ਰਸ਼ਨ ਹੈ ਦਿਨ ਵੇਲੇ ਬੱਦਲ ਰਹਿਤ ਆਕਾਸ਼ ਹੋਣ ਦੇ ਕਾਰਨ ਗਰਮੀ ਦਾ ਵਧਣਾ ਅਤੇ ਹੁਣੇ ਲੰਘੀ ਵਰਖਾ ਰੁੱਤ ਦੁਆਰਾ ਹਵਾ ਵਿੱਚ ਸਿੱਲ ਦੀ ਮਾਤਰਾ ਵਧਣ ਨੂੰ ਹੂਮਸ ਕਹਿੰਦੇ ਹਨ। ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ, ਇਸ ਬਾਰੇ ਪੁੱਛਿਆ ਹੈ, ਅਤੇ ਇਹ ਬਿਲਕੁਲ ਸਹੀ ਸਟੇਟਮੈਂਟ ਹੈ।